ਅੱਜ ਆਪਾਂ ਮਹਾਨ ਸਿੱਖ ਸ਼ਹੀਦ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਸ਼ਹੀਦੀ ਐਸੀ ਇੱਕ ਮਿਸਾਲ ਬਣੀ ਹੈ। ਉਹ ਸ਼ਹੀਦੀ ਜੋ ਨਾਮ ਤੋਂ ਪੈਦਾ ਹੋਈ, ਉਹ ਸ਼ਹੀਦੀ ਜਿਹੜੀ ਮਾਰਿਆ ਸਿੱਕਾ ਜਗ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਇਹ ਧਰਮ ਚਲਾਇਆ ਹੈ, ਨਾਮ ਦਾ ਬੀਜ ਮਹਾਰਾਜ ਜੀ ਨੇ ਬੀਜਿਆ ਹੈ। ਪਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੋਂ ਗੁਰੂ ਉਹ ਕਾਰਜ ਕਰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਾਰਜ ਕੀਤਾ। ਮਹਾਰਾਜ ਜੀ ਨੇ ਕਿਰਤ ਕੀਤੀ ਸਾਧ ਸੰਗਤ ਜੀ, ਫਿਰ ਕਿਰਤ ਕਰਨ ਦੀ ਜਾਚ ਮਹਾਰਾਜ ਜੀ ਨੇ ਦੱਸੀ। ਸੋ ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਸ਼ਹੀਦੀ ਪਾਉਣ ਦੀ ਜਾਚ ਦੱਸੀ। ਸ਼ਹੀਦਾਂ ਦੇ ਸਰਤਾਜ ਆਖਿਆ ਹੈ। ਸਾਰੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਹੀਦੀ ਹੁੰਦੀ ਹੈ ਮਹਾਰਾਜ ਜੀ ਦੀ, ਪਰ ਸੰਗਤ ਦੀ ਮਹਾਰਾਜ ਜੀ ਨੇ ਮੋੜੀ ਨਹੀਂ। ਸਾਧ ਸੰਗਤ ਜੀ, ਸੰਗਤ ਨੇ ਆਖਿਆ ਮਹਾਰਾਜ ਚੰਦੂ ਨੇ ਗੁਰੂ ਘਰ ਨੂੰ ਬਹੁਤ ਮਾੜੇ ਸ਼ਬਦ ਬੋਲੇ ਹਨ, ਇਹ ਰਿਸ਼ਤਾ ਨਹੀਂ ਲੈਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸੰਗਤ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸੰਗਤ ਵਿੱਚ ਪਰਮੇਸ਼ਰ ਵਸਦਾ ਹੈ, ਗੁਰੂ ਵਸਦਾ ਹੈ। ਕਿਉਂਕਿ ਸੰਗਤ ਜਿਹੜੀ ਹੈ, ਜੇ ਕੋਈ ਗੁਰਸਿੱਖ ਗਲਤੀ ਕਰ ਦੇਵੇ, ਗੁਰੂ ਤੋਂ ਬੇਮੁਖ ਹੋ ਜਾਵੇ, ਫਿਰ ਵੀ ਸੰਗਤ ਜਿਹੜੀ ਹੈ ਉਹ ਅਰਦਾਸ ਕਰਕੇ ਬਖਸ਼ਾ ਲੈਂਦੀ ਹੈ। ਮਹਾਰਾਜ ਜੀ ਨੇ ਸੰਗਤ ਦਾ ਬਹੁਤ ਵੱਡਾ ਸਤਿਕਾਰ ਕੀਤਾ ਹੈ। ਆਪਾਂ ਨੂੰ ਵੀ ਸਤਿਕਾਰ ਕਰਨਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠ ਗਏ। ਰੇਤਾ ਵੀ ਤੱਤੀ ਹੈ, ਵੈਦਰ ਵੀ ਤੱਤਾ ਹੈ, ਤੇ ਸਾਰੇ ਹੀ ਗਰਮ ਹਨ। ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆਸਣ ਲਾਉਣਾ ਦੱਸਾਂਗੇ, ਆਸਣ ਕਿੱਦਾਂ ਲਾਈਦਾ। ਆਪਾਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ, ਸਾਡਾ ਮਨ ਟਿਕਦਾ ਹੀ ਨਹੀਂ। ਸ਼ਹੀਦੀ ਕਿੱਥੋਂ ਪੈਦਾ ਹੁੰਦੀ ਹੈ ਸਾਧ ਸੰਗਤ ਜੀ? We need to know where the shaheed, the martyrs are born. ਨਾਮ ਤੋਂ ਪੈਦਾ ਹੁੰਦੀ ਹੈ ਸ਼ਹੀਦੀ, ਗੁਰੂ ਦੇ ਚਰਨਾਂ ਤੋਂ ਪੈਦਾ ਹੁੰਦੀ ਹੈ ਸ਼ਹੀਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿੰਨੇ ਤਸੀਹੇ ਦਿੱਤੇ, ਪਰ ਫਿਰ ਵੀ ਤੱਤੀਆਂ ਤਵੀਆਂ ਤੇ ਬੈਠ ਕੇ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਮਹਾਰਾਜ ਜੀ told us, he taught us how to stay in God's will. ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, our fifth Guru, sat on a hard iron plate while the fire was burning beneath, and he still stayed in God's will. ਪਰਮੇਸ਼ਰ ਦੇ ਭਾਣੇ 'ਚ ਕਿੱਦਾਂ ਰਹਿਣਾ ਹੈ। ਫਿਰ ਸ਼ਹੀਦੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਗੱਦੀ ਤੇ ਆਉਂਦੇ ਹਨ, 11 ਸਾਲ ਦੀ ਆਯੂ ਦੇ ਅੰਦਰ ਬਚਨ ਕਰਦੇ ਹਨ ਵੀ ਅਸੀਂ ਹੁਣ ਜਿਹੜਾ ਹੈ ਇਹ ਦੁਸ਼ਟਾਂ ਦਾ ਨਾਸ਼ ਕਰਾਂਗੇ। 11 ਸਾਲ ਦੀ ਉਮਰ ਹੈ ਸਾਧ ਸੰਗਤ ਜੀ, ਤੇ ਕੋਈ ਮੰਨਦਾ ਹੀ ਨਹੀਂ। ਇਹ ਕਿੱਦਾਂ ਹੋ ਜਾਏਗਾ? ਗੁਰੂ ਹਰਗੋਬਿੰਦ ਸਾਹਿਬ is making a statement that he is going to take the tyrants down, but nobody believes Guru Hargobind Sahib Ji because he has no army. ਪਰ ਗੁਰੂ ਜੋਤ ਹੈ, ਜੋਤ ਹੈ ਗੁਰੂ। ਤੇ ਭਾਈ ਤਾਰੂ ਸਿੰਘ ਜੀ ਨੇ ਵੀ ਜੋਤ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਭਾਈ ਤਾਰੂ ਸਿੰਘ ਜੀ ਨੇ ਵੀ ਇਹ ਗੱਲ ਨੂੰ ਸਮਝ ਲਿਆ ਸੀ। ਨਾਮ ਜਪ ਕੇ, ਨਾਮ ਦੀ ਕਿਰਤ ਕਰਕੇ ਭਾਈ ਤਾਰੂ ਸਿੰਘ ਜੀ ਜਿਹੜੇ ਸਨ ਇਸ ਗੱਲ ਨੂੰ ਸਮਝ ਗਏ ਸਨ ਕਿ ਗੁਰੂ ਪਵਨ, ਗੁਰੂ ਪਾਣੀ ਪਿਤਾ, ਗੁਰੂ ਸਾਰੇ ਪਾਸੇ ਜਿੱਦਾਂ ਪਵਨ, ਜਿੱਦਾਂ ਏਅਰ ਜਿਹੜੀ ਹੈ is everywhere. We are breathing air. There is everywhere we go there is air. Similarly Guru is everywhere. ਜਿੱਦਾਂ ਪਵਨ ਸਾਰੇ ਪਾਸੇ ਹੈ, ਗੁਰੂ ਵੀ ਸਾਰੇ ਪਾਸੇ ਹੈ। ਗੁਰੂ ਨੂੰ ਅੰਗ ਸੰਗ ਸਮਝਿਆ, ਦੁਕਾਲਨ ਪਰਨਾਸੀ ਦੇ ਆਲਮ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਬੂਤੇ। ਉਹਨਾਂ ਨੇ ਸਮਝਿਆ ਵੀ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੇ ਧਿਆਨ ਕਿਹੜਾ ਧਰਿਆ ਸਾਧ ਸੰਗਤ ਜੀ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਗੱਦੀ ਤੇ ਕੌਣ ਸਨ? ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਿਉਂਕਿ 1708 ਦੇ ਅੰਦਰ
सतगुरु सच्चे पातशाह कलगियां वाले पातशाह महाराज ज्योति जोत समाਉਂਦੇ ਹਨ और बाबा बंदा सिंह बहादुर ਨੂੰ ਥਾਪੜਾ ਦਿੰਦੇ ਹਨ। 5 ਸਿੰਘ ਨਗਾਰਾ ਆਪਣੇ ਨਿਸ਼ਾਨ ਦੇ ਕੇ ਸੱਚੇ ਪਾਤਸ਼ਾਹ ਜੀ ਭੇਜਦੇ ਹਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਗੁਰੂ ਨੂੰ ਅੱਗੇ ਰੱਖ ਕੇ ਸਾਰਾ ਕਾਰਜ ਕੀਤਾ। ਐਡਾ ਵੱਡਾ ਕਾਰਜ ਕੀਤਾ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਹਿੱਲ ਗਏ ਸਾਰੇ। ਪਰ ਮਹਾਰਾਜ ਜੀ ਨੇ ਫਿਰ ਸ਼ਹੀਦੀ ਪੈਂਦੀ ਹੈ, ਪਰ ਸ਼ਹੀਦੀ ਜਿਹੜੀ ਹੈ ਨਾ ਉਹ ਦੁਨੀਆ ਵਿੱਚ ਇੱਕ ਐਗਜ਼ੈਂਪਲ ਬਣਦੀ ਹੈ। ਸ਼ਹੀਦੀ ਦਾ ਮੇਡਰਸ ਦੇ ਟੀਚ ਅਸ how to live in life, how to stay in God's will, ਪਰਮੇਸ਼ਰ ਦੇ ਭਾਣੇ 'ਚ ਕਿੱਦਾਂ ਰਹਿਣਾ ਹੈ। ਇਹ ਬਹੁਤ ਵੱਡੀ ਗੱਲ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ, ਦਿੱਲੀ ਹਿੱਲਦੀ ਹੈ, ਰਾਜਾ ਬਖਸ਼ੀਰ ਵੀ ਕੰਬਦਾ ਹੈ, ਹਰ ਇੱਕ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜਾ ਜਾ ਰਿਹਾ ਉਹ ਵੀ ਕੰਬਦਾ ਹੈ। ਪ੍ਰਤਾਪ ਵੀ ਗੁਰੂ ਨੇ ਐਸਾ ਬਖਸ਼ ਦਿੱਤਾ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਮਾਰੇ ਨੇ ਕਹਾ ਸਾਰਾ ਆਖਿਆ ਇੱਥੇ ਸ਼ਬਦ ਸਾਰਾ ਹੀ ਤੇਜ ਦੇ ਦਿੱਤਾ। ਇਹ ਨਹੀਂ ਆਖਿਆ ਥੋੜਾ ਤੇਜ ਦੂੰਗਾ, ਇੰਨਾ ਤੇਜ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਦਰ ਮਹਾਰਾਜ ਨੇ ਦੇ ਦਿੱਤਾ। When we believe in Guru Sahib Maharaj, Guru Maharaj gave us the spiritual power, the inner strength to fight any obstacles। ਤੇ ਸ਼ਹੀਦੀ ਵੀ ਐਸੀ ਮਿਸਾਲ ਬਣਦੀ ਹੈ। ਤੇ ਭਾਈ ਤਾਰੂ ਸਿੰਘ ਜੀ ਜੋ ਪਿੰਡ ਪੂਲੇ ਦਾ ਉਹਨਾਂ ਦਾ ਪ੍ਰਕਾਸ਼ ਹੈ। 1716 ਦੇ ਲਾਗੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ। ਸਾਧ ਸੰਗਤ ਜੀ 1720 ਚ ਫਿਰ ਮਹਾਰਾਜ ਕਿਸੇ ਨੂੰ ਭੇਜ ਦਿੰਦੇ ਹਨ। ਹੈ ਪਰਮੇਸ਼ਰ ਦੀ ਖੇਡ, ਵੇਖੋ ਕੈਸੀ ਹੈ। ਖੇਲ ਖੇਲਣ ਅੰਤ ਕੋ ਫਿਰ ਏਕ, ਉਹ ਖੇਡ ਖੇਡਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਖਿਆ, ਬਚਨ ਕੀਤਾ, ਕਹਿੰਦੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇਹ ਤਮਾਸ਼ਾ ਬਣਾਇਆ ਹੈ। ਸ਼ਹੀਦੀ ਪਾਈ ਗੁਰੂ ਅਰਜਨ ਦੇਵ ਜੀ ਨੇ ਤੇ ਸ਼ਹੀਦੀ ਪਾਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਤੇਗ ਬਹਾਦਰ ਕੇ ਚਲਤ ਪਿਓ ਜਗਤ ਕੋ ਸੋਗ, ਹੈ ਸਭ ਜਗ ਪਿਓ ਜੈ ਸੁਰ ਲੋਕ। ਜੈ ਜੈਕਾਰਾਂ ਹੁੰਦੀਆਂ ਸੀ। ਤੇ ਭਾਈ ਤਾਰੂ ਸਿੰਘ ਜਿਨ੍ਹਾਂ ਨੇ ਇਹ ਇਤਿਹਾਸ ਸੁਣਿਆ ਸ਼ਹੀਦਾਂ ਦਾ, ਤੇ ਖਾਲਸਾ ਤਿਆਰ ਪਰ ਤਿਆਰ ਹੈ। ਜ਼ਕਰੀਆ ਖਾਨ ਬੈਠਾ ਹੈ ਲਾਹੌਰ ਦੇ ਉੱਤੇ ਗਵਰਨਰ, ਤੇ ਜ਼ਕਰੀਆ ਖਾਨ ਨੂੰ ਹੰਕਾਰ ਹੈ ਵੀ ਹੁਣ ਅਸੀਂ ਰਾਜ ਕਰ ਲਿਆ। ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ। ਦੇਅਰ ਪੁਟਿੰਗ ਪ੍ਰਾਈਸ ਔਨ ਅ ਹੈਡ ਆਫ ਸਿੱਖਸ, ਐਂਡ ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਸਿੰਘ ਜੰਗਲਾਂ ਦੇ ਅੰਦਰ ਜਾ ਗਏ ਤੇ ਮਹਾਰਾਜ ਦੀ ਕਿਰਪਾ ਸੀ, ਭਾਈ ਤਾਰੂ ਸਿੰਘ ਜੀ ਚੜ੍ਹਦੀ ਕਲਾ ਦੇ ਅੰਦਰ ਸਿੰਘਾਂ ਦੀ ਜਿਹੜਾ ਹੈ ਪ੍ਰਸ਼ਾਦੇ ਦੀ ਸੇਵਾ ਕਰਦੇ ਸਨ। ਪ੍ਰਸ਼ਾਦੇ ਦੀ ਸੇਵਾ, ਸਿੱਖੀ ਅੰਦਰ ਜੋ ਸੇਵਾ ਹੈ, ਇੰਪੋਰਟੈਂਸ ਆਫ ਸੇਵਾ ਕੈਸੀ ਹੈ, ਜਿਹਦੇ ਤੋਂ ਸ਼ਹੀਦੀ ਪ੍ਰਗਟ ਹੁੰਦੀ ਹੈ। ਆਪਾਂ ਕਹਿੰਦੇ ਨਾ ਭਗਤੀ ਚੋਂ ਗਿਆਨ ਪ੍ਰਗਟ ਹੁੰਦਾ, ਨਾਮ ਜਪ ਕੇ ਗਿਆਨ ਪ੍ਰਗਟ ਹੁੰਦਾ। ਪ੍ਰਗਟ ਦਾ ਕੀ ਮਤਲਬ ਹੈ? ਸਾਧ ਸੰਗਤ ਜੀ ਧਿਆਨ ਦੇਣਾ। ਪ੍ਰਗਟ ਦਾ ਮਤਲਬ ਹੈ, ਇੱਕ ਤੇ ਗਿਆਨ ਆਪਾਂ ਨੂੰ ਨੌਲੇਜ ਕਿਤਾਬਾਂ ਤੋਂ ਆਉਂਦੀ ਹੈ। ਜਦੋਂ ਅਸੀਂ ਆਪਾਂ ਹੱਥੀਂ ਸੇਵਾ ਕਰਦੇ ਹਾਂ, ਸਾਨੂੰ ਪਤਾ ਲੱਗਦਾ ਹੈ ਵੀ ਜੋੜੇ ਜਦੋਂ ਬੰਦਾ ਝਾੜਦਾ ਹੈ ਉਹ ਕਿਹੜੀ ਅਵਸਥਾ ਤੋਂ ਨਿਕਲ ਕੇ ਜਾਂਦਾ। ਲੋਕੀ ਉਹਦੇ ਵੱਲ ਵੇਂਦੇ ਹਨ। ਕਿੱਥੇ ਬੰਦਾ ਘਰ ਭਾਵੇਂ ਜਿੰਨਾ ਮਰਜ਼ੀ ਅਮੀਰ ਹੋਵੇ ਤੇ ਕਿਸੇ ਦੇ ਜੋੜੇ ਝਾੜ ਕੇ ਕਿੰਨੀ ਨਿਮਰਤਾ ਦੇ ਵਿੱਚ ਆ ਰਿਹਾ ਹੁੰਦਾ ਹੈ। ਇਹ ਅਵਸਥਾ ਵੀ ਸਾਡੇ ਤੇ ਆਉਣੀ ਜ਼ਰੂਰੀ ਹੈ। ਤੁਹਾਡੀ ਸਾਡੇ ਅੰਦਰ ਨਿਮਰਤਾ ਆਏਗੀ, ਜੋੜਿਆਂ ਦੀ ਸੇਵਾ ਵੀ ਕਰਨੀ ਚਾਹੀਦੀ ਹੈ। ਸੇਵਾ ਬੜੀ ਜ਼ਰੂਰੀ ਹੈ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਚਿੱਤ ਗੱਲ ਮਹਾਰਾਜ ਨੇ ਆਖਿਆ ਚਿੱਤ ਲਾ ਕੇ। We have to do ਸੇਵਾ with love and devotion। ਐਨ ਭਾਈ ਤਾਰੂ ਸਿੰਘ ਜੀ ਐਸੀ ਐਗਜ਼ੈਂਪਲ ਸੈੱਟ ਕੀਤੀ। ਪ੍ਰਸ਼ਾਦੇ ਦੀ ਸੇਵਾ ਕਰਦੇ ਹਨ ਪਰ ਮੌਤ ਦਾ ਡਰ ਨਹੀਂ। ਕਿਉਂ ਮੌਤ ਦਾ ਡਰ ਕਿਉਂ ਨਹੀਂ ਹੈਗਾ? Why does not ਭਾਈ ਤਾਰੂ ਸਿੰਘ fear death? Because ਭਾਈ ਤਾਰੂ ਸਿੰਘ is connected with ਸ਼ਬਦ ਗੁਰੂ। ਸ਼ਬਦ ਗੁਰੂ ਨਾਲ ਜੁੜੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਹਨ, ਮੂਲ ਮੰਤਰ ਦੇ ਨਾਲ ਜੁੜੇ ਹਨ, ਜਪਜੀ ਸਾਹਿਬ ਦੇ ਨਾਲ ਜੁੜੇ ਹਨ, ਨਿਤਨੇਮ ਦੇ ਨਾਲ ਜੁੜੇ ਹਨ, ਬਾਣੀ ਬਾਣਾ, ਸੇਵਾ ਸਿਮਰਨ। ਇਹ ਕਿਰਪਾ ਹੈ। ਜਦੋਂ ਸੇਵਾ ਕਰਦੇ ਹਨ ਨਾ ਤੇ ਉਦੋਂ ਆਪਣਾ ਜਿਹੜਾ ਚਿੱਤ ਹੈ ਨਾ ਗੁਰੂ ਦੇ ਚਰਨਾਂ 'ਚ ਰੱਖਦੇ ਹਨ ਤੇ ਪ੍ਰੇਮ ਦੇ ਅੰਦਰ ਆਣ ਕੇ ਸੇਵਾ ਕਰਦੇ ਹਨ
तो ये नहीं समझते भी सेवा मैं किसी बंदे की कर रहा। महाराज ने कहा इन्हीं की कृपा के सजे हम हैं, नहीं मोह सो गरीब करोड़ पे। महाराज कहते जी सेवा भी करनी है ना, साडे खालसे की कोई सेवा कर ले, गुरसिख की सेवा कर ले। क्यों? गुरु सिख सिख गुरु है एको, गुर उपदेश चलाए एक। जो सिख जिहड़ा है गुरु का पूर्ण उपदेश कमाता है, when a Sikh is practicing the full message of महाराज, उदों गुरु भी उसके अंदर वरतदा है। गुरु ने बोलना किहदे विचों है? गुरु ने सिखां विचों ही तो बोलना है, तुहाडे विचों ही गुरु ने बोलना। जो तुसीं सेवा करोगे, तुसीं अमृत छकोगे, बाणी बाणी नाल जुड़ोगे, तो गुरु तुहाडे अंदरों ही कला वरतेगी। गुरु खालसे की सेवा की है भाई तारू सिंह ने, खालसे की सेवा, तो वह भी निडर होके डरे नहीं। क्यों? उन्हें एक ही भाई तारू सिंह जी महाराज अगे अरदास करते सन, सारे अंदरों बोलो फिर ही आप जुड़ांगे, जे जुड़ांगे तो फिर ही जिहड़ा है कथा का आनंद आवेगा। आओ सारे बोलिए, सिर जावे तो जावे मेरा सिखी सदक ना जावे, सिर जावे ता जावे मेरा सिखी सदक ना जावे, सिर जावे ता जावे मेरा सिखी सदक ना जावे, सिर जावे ता जावे मेरा सिखी सदक ना जावे। साध संगत जी, जो आप ये अंदरों अरदास कर रहे हैं, ये अरदास गुरु के दरबार च पहुँचती है। अज आप अरदास भी पूरी नहीं करते, आप महाराज के कोल महाराज बख्शो सिखां नूं सिखी दान, केस दान, रहत दान, विवेक दान, वसाह दान, भरोसा दान, भरोसे का दान भी मंगते। झोली अड्डिया करिए गुरु अगे, गुरु दाता है। किते भरोसे का दान गुरु ने बख्श दिता तो एक भाई तारू सिंह होर पैदा हो जाएगा। किते नाम का दान गुरु ने बख्श दिता, सेवा का दान बख्श दिता, एक भाई कन्हैया सिंह होर पैदा हो जाएगा। बाबा दीप सिंह जी तुहाडे विचों ही पैदा होने हैं, बाहरों नहीं पैदा होने। किन्ने पैदा करने हैं? गुरु ने। गुरु ने शब्द ही वसाउणा, तोड़े बंधन होवे मुक्त शब्द मन वसाए। तो भाई तारू सिंह जी सेवा करते निर्भो होके ते सेवा करते हैं तो सिंघां दी। तो सिंह जो प्रशादा छकते हैं ना, जो खालसा खुश होता है अरदासां करता है। महाराज भाई तारू सिंह की चढ़ती कला की अरदास करते हैं जो प्यार नाल प्रशादा लियाउंदे हैं। तो फिर की होया, गुरु ने जो सेवा कोई करता है तो दुश्मन पैदा हो ही जाते हैं। ये गुरु की खेड है। सो हर भगत निरंजनिया जदा पहलों भी भाई साहब शब्द पढ़ रहे सन, बड़ी कृपा है इन्हां ते, बहुत ही आनंद आ रहा सीगा। बहुत वधिया आवाज़ गुरु साहब ने इन्होंने बख्शी है, महाराज की कृपा है। फिर जाके शिकायत जकरिया खान को होंदी है ते होर शिकायत करते हैं। रहीम बख्श जिहड़ा है जकरिया खान के दरबार च जाता है। वो कहता मेरी जो लड़की है ना सलमा, उसनों फौजदार पट्टी का जिहड़ा है ना जफर बेग, वो चुक के लै गया। मेरी धी जिहड़ी है उसनों बचा लो, ये जबरदस्ती कर रहा है। तो उसने फिर फरियाद की तो उत्थे दीवान लगता है। तो जकरिया खान जिहड़ा जो वो सुनता है ना जफर बेग का नाम, तो वो डर जाता है। सो रहीम बख्श इज कमिंग टू द कोर्ट ऑफ जकरिया खान and requesting him to release his daughter because the Faujdar of Patti has kidnapped his daughter and is forcing her to marry him. So महाराज जिहड़ा है ये न्याय जिहड़ा है वो नहीं करता, क्योंकि वो जिहड़ा है वो कहन लगा तू दिल्ली दे जाके बादशाह को जाके फरियाद कर, फरियाद सुनी नहीं जाती। तो फिर रहीम बख्श जाता है उतों, तो फिर रस्ते च बहुत रोंदा है। तो कोई उसनों फिर भाई तारू सिंह का रस्ता दसदा। जो कोई बाह ना ना फड़े तो फिर उदों जो फरियाद परमेश्वर के दरबार जाती है, परमेश्वर एक रस्ता खोल दिंदा है। अरदास करनी चाहिए है, महाराज की कृपा होंदी है। भाई तारू सिंह के दर ते हुंदा है। कैसा दर है गुरसिखां दा, जो जी आवे सो राजी जावे। सो आउंदे हन, फरियाद करता है
ਭਾਈ ਤਾਰੂ ਸਿੰਘ ਉਸ ਨੂੰ ਪ੍ਰਸ਼ਾਦਾ ਛਕਾਉਂਦੇ ਹਨ ਤੇ ਉਹ ਵੇਖਦਾ ਹੈ ਕਿ ਗੁਰੂ ਦਾ ਸਿੱਖ ਹੈ, ਇਹ ਵਿਤਕਰਾ ਨਹੀਂ ਕਰ ਰਿਹਾ ਵੀ ਮੈਂ ਮੁਸਲਮਾਨ ਹਾਂ ਜਾਂ ਮੈਂ ਆ ਦੂਜੇ ਮਜ਼ਹਬ ਦਾ ਹਾਂ। ਕਿਉਂ? ਕਿਉਂਕਿ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਮੂਲ ਮੰਤਰ ਦਾ ਜਾਪ ਭਾਈ ਤਾਰੂ ਸਿੰਘ ਕਰਦੇ ਹਨ ਨਾ, ਤੇ ਮੂਲ ਮੰਤਰ ਦੇ ਜਿਹੜੇ ਗੁਣ ਹਨ ਨਾ ਸਾਧ ਸੰਗਤ ਜੀ, ਵਨ ਵੀ ਡੂ ਮੂਲ ਮੰਤਰ, ਤੇ ਜੇ ਮੂਲ ਮੰਤਰ ਦੇ ਜਿਹੜੇ ਵਿਰਚੂਸ ਹਨ, ਜਿਹੜੇ ਉਹਦੇ ਗੁਣ ਹਨ, ਦੈਟ ਸਟਾਰਟ ਟੂ ਕਮ ਇਨਸਾਈਡ ਆਫ ਅਸ। ਸਾਡੇ ਅੰਦਰ ਉਹ ਗੁਣ ਹੋਣੇ ਸ਼ੁਰੂ ਹੋ ਜਾਂਦੇ ਨੇ, ਅਸੀਂ ਵੀ ਨਿਰਭਉ ਤੇ ਨਿਰਵੈਰ ਹੋ ਜਾਂਦੇ ਹਾਂ, ਸਾਡੇ ਅੰਦਰ ਵੀ ਸਮਦ੍ਰਿਸ਼ਟੀ ਆ ਜਾਂਦੀ ਹੈ। ਵੀ ਵਿਦ ਦ ਸ਼ਬਦ ਆਫ ਗੁਰੂ ਮਹਾਰਾਜ, when we do ਮੂਲ ਮੰਤਰ, we get power of seeing everybody as equal। ਇਹ ਸਮਦ੍ਰਿਸ਼ਟੀ ਆਉਂਦੀ ਹੈ। ਸਮਦ੍ਰਿਸ਼ਟੀ ਆਈ ਤੇ ਉਹ ਸ਼ਬਦ ਦੇ ਨਾਲ ਭਾਈ ਤਾਰੂ ਸਿੰਘ ਜੀ ਉਸ ਨੂੰ ਜਿਹੜਾ ਹੈ ਸੇਵਾ ਕਰਦੇ ਹਨ, ਤਿੱਥੀ ਦੀ ਸੇਵਾ। ਫਿਰ ਸਿੰਘਾਂ ਕੋਲ ਜਾ ਕੇ ਤੇ ਦੱਸਦੇ ਹਨ ਭਾਈ ਐਦਾਂ ਐਦਾਂ ਹੋਇਆ। ਫਿਰ ਸਿੰਘ ਜੰਗਲਾਂ ਚੋਂ ਨਿਕਲਦੇ ਹਨ ਤੇ ਜਦੋਂ ਅਰਦਾਸਾਂ ਸੋਧਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ, ਤੇ ਮਹਾਰਾਜ ਦੀ ਕਿਰਪਾ ਤੇ ਕਲਾ ਵਰਤਦੀ ਹੈ ਤੇ ਜਾ ਕੇ ਸਿੰਘ ਜਿਹੜੇ ਹਨ ਫਿਰ ਉਹ ਲੜਕੀ ਨੂੰ ਛੁਡਾ ਕੇ ਲੈ ਕੇ ਆਉਂਦੇ ਹਨ, ਕਿਉਂਕਿ ਸਿੰਘ ਤਾਂ ਪਹਿਲਾਂ ਹੀ ਕੁੜੀਆਂ ਲੜਕੀਆਂ ਗਰੀਬਾਂ ਦੀਆਂ ਛਡਾਉਂਦੇ ਰਹੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਛਡਾਈਆਂ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਆ ਗਿਆ, ਪੰਡਿਤ ਕਹਿਣ ਲੱਗਾ ਮਹਾਰਾਜ ਬਚਾਓ, ਹੁਣ ਕੋਈ ਨਹੀਂ ਹੈਗਾ। ਮਹਾਰਾਜ ਜੀ ਨੇ ਭੇਜੇ ਫਿਰ ਤਾਦੀ ਤੇ ਸ਼ਸਤਰ ਪੜਾਏ। ਸ਼ਸਤਰ ਵਿਦਿਆ ਵੀ ਆਉਣੀ ਜ਼ਰੂਰੀ ਹੈ। ਜਿੱਥੇ ਸ਼ਸਤਰ ਨਾਮੰ ਨਮਸਕਾਰ ਤਾਮੰ, ਸ਼ਸਤਰ ਵਿਦਿਆ ਆਉਣੀ ਜ਼ਰੂਰੀ ਹੈ। ਗੱਤਕਾ ਆਪਾਂ ਕਿਉਂ ਸਿੱਖਦੇ ਹਾਂ? ਆਪਾਂ ਜੋੜ ਕਿਉਂ ਲਾਉਂਦੇ ਹਾਂ? ਸਰੀਰ ਤਕੜੇ ਵੀ ਹੋਣੇ ਚਾਹੀਦੇ ਹਨ, ਖੁਰਾਕਾਂ ਵੀ ਵਧੀਆ ਹੋਣੀਆਂ ਚਾਹੀਦੀਆਂ ਹਨ, ਤਨ ਤੇ ਮਨ। ਜਿਸ ਬੰਦੇ ਦਾ ਸਰੀਰ ਤਕੜਾ ਹੈ ਉਹ ਭਗਤੀ ਵੀ ਕਰੇਗਾ, ਨਾਮ ਵੀ ਜਪੇਗਾ, ਸੇਵਾ ਵੀ ਕਰੇਗਾ। ਸੋ ਭਾਈ ਤਾਰੂ ਸਿੰਘ ਜੀ ਜਿਹੜੇ ਹਨ ਜਾਂਦੇ ਹਨ। ਫਿਰ ਸ਼ਿਕਾਇਤ ਜਾਂਦੀ ਹੈ ਤੇ ਉਹ ਫਿਰ ਜ਼ਕਰੀਆ ਖਾਨ ਜਿਹੜਾ ਹੈ 20 ਸਿਪਾਹੀ ਭੇਜਦਾ ਹੈ ਨਾਲ। ਫਿਰ ਹਰਭਗਤ ਨਿਰੰਜਨੀਆ ਆਉਂਦਾ ਹੈ, ਉਹ ਆਣ ਕੇ ਭਾਈ ਤਾਰੂ ਸਿੰਘ ਨੂੰ ਫਿਰ ਗ੍ਰਿਫਤਾਰ ਪਿੰਡ ਪੂਲੇ ਆਉਂਦੇ ਹਨ ਤੇ ਫੜਦੇ ਹਨ। ਪਰ ਭਾਈ ਤਾਰੂ ਸਿੰਘ ਜੀ ਪਿੰਡ ਵਾਲੇ ਹਮਲਾ ਕਰਨਾ ਚਾਹੁੰਦੇ ਹਨ, ਪਰ ਕਹਿਣ ਲੱਗੇ ਨਹੀਂ ਭਾਈ, ਅਸੀਂ ਸੱਚ ਬੋਲਿਆ ਹੈ, ਅਸੀਂ ਕਿਸੇ ਤੋਂ ਡਰਦੇ ਨਹੀਂ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਸੱਚ ਖਸਮ ਹੈ, ਸੱਚ ਉਹ ਪਰਮੇਸ਼ਰ ਦਾ ਰੂਪ ਹੈ। When we walk on a righteous path, we end up becoming fearless because God gave us the power. Guru Maharaj, Tani Shri Guru Granth Sahib Maharaj gave us power to go fearless and fight against corruption. ਫਿਰ ਜਾਂਦੇ ਹਨ ਭਾਈ ਤਾਰੂ ਸਿੰਘ ਜੀ ਉੱਥੇ ਜ਼ਕਰੀਆ ਖਾਨ ਦੇ ਕੋਲ, ਤੇ ਜਦੋਂ ਦਰਬਾਰ ਦੇ ਅੰਦਰ ਐਂਟਰ ਕਰਦੇ ਹਨ, ਉਹ ਸਿੰਘ ਜਿਨ੍ਹਾਂ ਦੇ ਅੰਦਰ ਬਾਣੀ ਰਚੀ ਹੈ, ਨਾਮ ਰਚਿਆ ਹੈ, ਤੇ ਜਾ ਕੇ ਜਦੋਂ ਫਤਿਹ ਬੁਲਾਉਂਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਜ਼ਕਰੀਆ ਖਾਨ ਦੀ ਕੁਰਸੀ ਹਿਲ ਜਾਂਦੀ ਹੈ। ਸਤਿ ਸ੍ਰੀ ਅਕਾਲ। ਜਿੱਦਾਂ ਸਾਹਿਬਜ਼ਾਦਿਆਂ ਨੇ ਜਾ ਕੇ ਫਤਿਹ ਬੁਲਾਈ ਸੀ ਨਾ, ਵਜ਼ੀਰ ਖਾਨ ਦੀ ਕੁਰਸੀ ਹਿੱਲੀ ਸੀ, ਕਿਉਂਕਿ ਸਿੰਘ ਤੇ ਜੇ ਫਤਿਹ ਬੁਲਾ ਦੇਣ ਨਾ ਤੇ ਉਹਦੇ ਨਾਲ ਹੀ ਤਖਤ ਹਿੱਲ ਜਾਂਦੇ ਹਨ। ਪਰ ਫਤਿਹ ਦੇ ਅੰਦਰ ਜੀਵਨ ਵੀ ਹੋਵੇ, ਅੰਦਰ ਗੁਰੂ ਦਾ ਵਾਸਾ ਵੀ ਹੋਵੇ, ਨਾਮ ਨਾਲ ਜੁੜਿਆ ਵੀ ਹੋਵੇ, ਬਾਣੀ ਨਾਲ ਜੁੜਿਆ ਵੀ ਹੋਵੇ। ਪਰ ਉਹ ਜ਼ਕਰੀਆ ਖਾਨ ਹਿੱਲਿਆ ਤੇ ਉਸ ਨੇ ਆਖਿਆ, ਗੁੱਸਾ ਉਸ ਨੂੰ ਬਹੁਤ ਚੜਿਆ। ਉਹ ਕਹਿਣ ਲੱਗਾ ਤੇਰੇ ਕੇਸ ਕੱਟ ਦੇਣੇ ਹਨ, ਆਹ ਕਰ ਦੇਣਾ, ਉਹ ਕਰ ਦੇਣਾ। ਉਹ ਕਹਿਣ ਲੱਗਾ ਕੇਸ ਤਾਂ ਨਹੀਂ ਤੂੰ ਕੱਟ ਸਕਦਾ, ਇਹ ਤੇ ਜੁੱਤੀ ਖਾਲਸਾ ਅੱਗੇ ਲਾ ਕੇ ਤੈਨੂੰ ਖੜੇਗਾ। ਬਚਨ ਭਾਈ ਤਾਰੂ ਸਿੰਘ ਦੇ, ਕਿਉਂਕਿ ਗੁਰੂ ਬੋਲਦਾ ਹੈ ਸਿੱਖ ਅੰਦਰ। ਮਹਾਰਾਜ ਕਹਿੰਦੇ ਖਾਲਸਾ ਮੇਰਾ ਸਤਿਗੁਰ ਪੂਰਾ। ਮਹਾਰਾਜ ਖਾਲਸੇ ਦੇ ਅੰਦਰ ਵਰਤਦੇ ਹਨ ਤੇ ਉਹ ਬਚਨ ਹੁੰਦੇ ਹਨ। ਤੇ ਫਿਰ ਭਾਈ ਤਾਰੂ ਸਿੰਘ ਜਿਹੜਾ ਹੈ ਉਹਨਾਂ ਨੂੰ ਕੇਸ ਕੱਟਣ ਦੀ ਗੱਲ ਕਰਦੇ ਨੇ, ਕੋਈ ਵੀ ਨਾਈ ਅੱਗੇ ਨਹੀਂ ਆਉਂਦਾ। ਇੰਨਾ ਪ੍ਰਤਾਪ ਹੈ ਗੁਰੂ ਦੇ ਸਿੱਖ ਦਾ, ਨਾਈ ਕੋਈ ਹੱਥ ਨਹੀਂ ਲਾਉਂਦਾ। ਫਿਰ ਉਹਨਾਂ ਨੇ ਰੰਬੀ ਦੇ ਨਾਲ ਉਹਨਾਂ ਨੇ ਜਿਹੜਾ ਹੈ ਉਹਨਾਂ ਦਾ ਜਿਹੜਾ ਸਕੈਲਪ ਹੈ, ਉਹਨਾਂ ਦਾ ਜਿਹੜਾ ਖੋਪਰ ਹੈ ਉਹ ਲਾਉਣ ਦੀ ਕੋਸ਼ਿਸ਼ ਕੀਤੀ। ਤੇ ਟਰਾਈ ਟੂ ਟੇਕ ਆਊਟ ਭਾਈ ਸਾਹਿਬ ਸਕੈਲਪ। ਤੇ ਉਹਨਾਂ ਨੇ ਫਿਰ ਕੀ ਕੀਤਾ, ਜਦੋਂ ਖੋਪਰ ਲਾਇਆ, ਭਾਈ ਤਾਰੂ ਸਿੰਘ ਜਿਹੜੇ ਅਡੋਲ ਬੈਠੇ ਹਨ। ਅਡੋਲ ਮਹਾਰਾਜ ਜੀ ਨੇ ਅਡੋਲ ਕਰ ਦਿੱਤਾ। ਕਿਉਂ? ਸ਼ਹੀਦੀ ਪਾਉਣ ਤੋਂ ਪਹਿਲਾਂ ਭਾਈ ਤਾਰੂ ਸਿੰਘ ਜੀ ਫਿਰ ਅੱਖਾਂ ਮੀਟਦੇ ਹਨ ਤੇ ਹੱਥ ਜੋੜਦੇ ਹਨ ਤੇ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਨ, ਹੇ ਸੱਚੇ ਪਾਤਸ਼ਾਹ ਮੇਰੀ ਸਿੱਖੀ ਕੇਸਾ ਸਵਾਸਾਂ ਨਾਲ ਨਿਭਾ ਦਿਓ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।
So Bhai Sahib does ardas to Guru Maharaj before they are trying to torture him. They've been torturing him for days. ਕਿੰਨੇ ਦਿਨ ਤਸੀਹੇ ਦੇ ਰਹੇ ਹਨ, ਲਾਲਚ ਦਿੱਤਾ। ਕੀ ਲਾਲਚ ਦਿੱਤਾ? ਕਹਿਣਗੇ ਤੁਹਾਨੂੰ ਪੈਸੇ ਦੇ ਦਾਂਗੇ, ਲਾਲਚ ਦਿੱਤਾ ਤੁਹਾਨੂੰ ਜਿਹੜਾ ਹੈ ਇਸਤਰੀਆਂ ਦੇ ਦਾਂਗੇ। ਪਰ ਅੱਜ ਦੇ ਆਪਾਂ ਜ਼ਮਾਨੇ 'ਚ ਵੇਖੀਏ, ਜਦੋਂ ਕੋਈ ਲਾਲਚ ਸਾਨੂੰ ਦਿੰਦਾ ਹੈ ਤਾਂ ਲਾਲਚ ਦੇ ਬਦਲੇ ਆਪਾਂ ਆਪਣਾ ਜਿਹੜਾ ਹੈ ਇਮਾਨ ਹੀ ਵੇਚ ਦਿੰਦੇ। ਇਹ ਸਮਾਂ ਚੱਲ ਰਿਹਾ ਹੈ ਤੇ ਆਪਾਂ ਕਹਿੰਦੇ ਹਨ ਭਾਈ ਤਾਰੂ ਸਿੰਘ ਕੋਈ ਬਹਾਨਾ ਨਹੀਂ। ਭਾਈ ਤਾਰੂ ਸਿੰਘ ਕਿੱਥੋਂ ਉੱਠੇਗਾ? ਜਿੰਨਾ ਚਿਰ ਗੁਰੂ ਦੇ ਨਾਲ ਨਹੀਂ ਜੁੜਦੇ ਉਹਨਾਂ ਚਿਰ ਭਾਈ ਤਾਰੂ ਸਿੰਘ ਨਹੀਂ ਨਿਕਲਣਾ। ਪਰ ਨਿਕਲਣਾ ਤੁਹਾਡੇ ਵਿੱਚੋਂ ਹੀ ਹੈ, ਤੁਹਾਡੀ ਜ਼ਿੰਮੇਵਾਰੀ ਹੈ। ਤੁਹਾਡੇ ਬੱਚਿਆਂ ਨੇ ਪੁੱਛਣਾ, ਸਾਡੇ ਬੱਚਿਆਂ ਨੇ ਪੁੱਛਣਾ ਤੁਸੀਂ ਕੀ ਕੀਤਾ। ਇਸ ਕਰਕੇ ਨਾਮ ਜਪਣਾ, ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ, ਸੇਵਾ ਕਰਨੀ, ਸਿਮਰਨ ਕਰਨਾ, ਇਹਦੇ ਵਿੱਚੋਂ ਹੀ ਪੈਦਾ ਹੋਣਾ। ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਇਆ ਗਿਆ, ਪਰ ਭਾਈ ਤਾਰੂ ਸਿੰਘ ਦਾ ਸੂਰਬੀਰ ਬਚਨ ਕੇ ਬੜੀ ਕੌਲਾ ਬਪੜੀ ਸੰਤੀ ਛੜੀ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪੱਗ ਸ਼ਾਰ। ਸੂਰਬੀਰ ਬਚਨ ਦੇ ਬੜੀ ਉਹ ਬਚਨ ਗੁਰੂ ਨੇ ਪੂਰਾ ਕੀਤਾ। ਜਿਹੜਾ ਸੀਗਾ ਜ਼ਕਰੀਆ ਖਾਨ, ਉਸ ਦਾ ਪਿਸ਼ਾਬ ਬੰਦ ਹੋ ਗਿਆ। After torturing Bhai Taru Singh, Zakaria Khan had trouble urinating. He could not urinate. There was a blockage. ਤੇ ਬਲਾਕੇਜ ਹੋ ਗਈ ਤੇ ਫਿਰ ਉਸਨੇ ਸੁਬੇਗ ਸਿੰਘ ਨੂੰ ਭੇਜਿਆ ਭਾਈ ਤਾਰੂ ਸਿੰਘ ਜੀ ਅੱਗੇ ਤੇ ਕਹਿਣ ਲੱਗੇ ਵੀ ਇਹ ਉਹ ਹੱਥ ਜੋੜਦਾ ਹੈ ਜ਼ਕਰੀਆ ਖਾਨ। ਦੇਖੋ ਨਾਮ ਦੀ ਕਿੰਨੀ ਕਮਾਈ ਹੈ, ਗੁਰੂ ਦੇ ਸ਼ਬਦ ਵਿੱਚ ਕਿੰਨਾ ਬਲ ਹੈ। ਸਾਧ ਸੰਗਤ ਜੀ, ਸ਼ਬਦ ਜਪ ਕੇ ਇੱਕ ਹੁਕਮਰਾਨ ਦੀ ਕੁਰਸੀ ਹਿਲਾਈ, ਸ਼ਬਦ ਜਪ ਕੇ ਤਖਤ ਹਿਲਾ ਦਿੱਤੇ ਖਾਲਸੇ ਨੇ। ਸ਼ਬਦ ਦਾ ਜਾਪ ਕਰਕੇ, ਗੁਰੂ ਦਾ ਭਰੋਸਾ ਕਰਕੇ ਇੱਕ ਦੁਸ਼ਟ ਜਿਹੜਾ ਹੈ ਉਹ ਹੱਥ ਆਣ ਕੇ ਜੋੜ ਰਿਹਾ ਹੈ ਕਿ ਮੈਨੂੰ ਬਖਸ਼ ਦਿਓ ਭਾਈ ਤਾਰੂ ਸਿੰਘ, ਮੇਰੇ ਤੋਂ ਗਲਤੀ ਹੋ ਗਈ। ਫਿਰ ਖਾਲਸੇ ਕੋਲ ਜਾਂਦੀ ਹੈ, ਖਾਲਸਾ ਫੈਸਲਾ ਕਰਦਾ ਹੈ ਭਾਈ ਤਾਰੂ ਸਿੰਘ ਜਿਹਨੇ ਮਹਾਨ ਜੀਵਨ ਦਰਵੇਸ਼ ਪੁਰਸ਼ ਤੇ ਮੂੰਹੋਂ ਹੀ ਨਿਕਲਦਾ ਹੈ, ਇਹ ਸੰਤ ਪੁਰਸ਼ ਮੂੰਹੋਂ ਸੰਤ ਨਿਕਲਦਾ ਹੈ ਵੀ ਇਹਨਾਂ ਦਾ ਜਿਹੜਾ ਜੁੱਤੀ ਹੈ ਨਾ, ਜੋ ਹੁਣ ਚਰਨ ਹਨ, ਚਰਨ ਕਿੱਦਾਂ ਬਣਦੇ ਹਨ? ਸਾਡੇ ਤਾਂ ਪੈਰ ਹਨ ਜਿਨ੍ਹਾਂ ਨੇ ਨਾਮ ਜਪਿਆ, ਜਿਹੜੇ ਚਰਨ ਗੁਰੂ ਦੇ ਦਰਸ਼ਨ ਵਾਸਤੇ ਗਏ, ਜਿਹੜੇ ਚਰਨ ਗੁਰੂ ਦੀ ਸੇਵਾ ਵਾਸਤੇ ਗਏ, ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਗਏ, ਆਪਣੀ ਜਾਨ ਦੀ ਪਰਵਾਹ ਨਾ ਕੀਤੀ। ਉਹਨਾਂ ਚਰਨਾਂ ਵਿੱਚ ਕਿੰਨੀ ਤਾਕਤ ਆ ਗਈ। ਉਹ ਜੁੱਤੀ ਲੈ ਕੇ ਗਏ, ਖਾਲਸੇ ਨੇ ਫਿਰ ਹੁਕਮ ਕੀਤਾ ਜੁੱਤੀ ਮਾਰੋ ਫੇਰ ਹੀ ਪਿਸ਼ਾਬ ਪਾਵੇਗਾ। ਜੁੱਤੀ ਸਿਰ ਤੇ ਵੱਜਦੀ ਰਹੀ ਤੇ ਜ਼ਕਰੀਆ ਖਾਨ ਰੋਂਦਾ ਰਿਹਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਜ਼ਕਰੀਆ ਖਾਨ ਰੋਂਦਾ 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 21 ਦਿਨ ਬਾਅਦ ਉਹ ਫਿਰ ਜਿਹੜਾ ਹੈ ਜੰਪੁਰ ਨੂੰ ਜਾਂਦਾ ਹੈ ਤੇ ਫਿਰ ਜਿਹੜੇ ਹਨ ਭਾਈ ਤਾਰੂ ਸਿੰਘ, ਕਿਉਂਕਿ ਭਾਈ ਤਾਰੂ ਸਿੰਘ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਹੈ ਜੋਤ ਦੇ ਅੰਦਰ ਜੋਤ ਮਿਲਦੀ ਹੈ। ਆਪਾਂ ਕਹਿੰਦੇ ਹਾਂ ਸੇਵਕ ਹੀ ਓੜਕ ਨਿਭੀ ਪ੍ਰੀਤ। ਕੀ ਅਰਦਾਸ ਕੀਤੀ ਸੀ ਭਾਈ ਤਾਰੂ ਸਿੰਘ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜੇ। ਪਰ ਸਾਡੀ ਅਰਦਾਸ ਹੈ ਕਿ ਅਸੀਂ ਇਹ ਅਰਦਾਸ ਕਰਦੇ ਹਾਂ, ਡੂ ਵੀ ਡੂ ਅਰਦਾਸ ਟੂ ਮਹਾਰਾਜ ਪਲੀਜ਼ ਹੈਲਪ ਅਸ ਸਟੇ ਇਨ ਸਿੱਖੀ। ਜਦੋਂ ਸਾਡੇ ਤੇ ਕੋਈ ਮੁਸੀਬਤ ਬਣਦੀ ਹੈ, ਫਰਜ਼ ਕਰ ਲਓ ਕੋਈ ਕੰਮਕਾਰ ਕਰਦਾ, ਕੋਈ ਮੁਸੀਬਤ ਬਣਦੀ ਹੈ, ਜੌਬ ਤੇ ਮੁਸੀਬਤ ਬਣਦੀ ਹੈ, ਸਾਡਾ ਫਰਜ਼ ਬਣਦਾ ਇੱਕ ਵਾਰੀ ਗੁਰੂ ਅੱਗੇ ਅਰਦਾਸ ਕਰੀਏ। ਜੇ ਗੁਰੂ ਮਹਾਰਾਜ ਭਾਈ ਤਾਰੂ ਸਿੰਘ ਦੀ ਅਰਦਾਸ ਸੁਣਦੇ ਹਨ ਤੇ ਹੁਕਮ ਜਿਹੜਾ ਹੈ ਜ਼ਕਰੀਆ ਖਾਨ ਨੂੰ ਪਰਲੋਕ 'ਚ ਭੇਜ ਦਿੱਤਾ, ਜ਼ਕਰੀਆ ਖਾਨ ਨੂੰ ਜੰਪੁਰ ਵਿੱਚ ਭੇਜ ਦਿੱਤਾ, ਤੇ ਗੁਰੂ ਮਹਾਰਾਜ ਸਾਡੀ ਫਰਿਆਦ ਨਹੀਂ ਸੁਣਨਗੇ। ਗੁਰੂ ਦਾ ਅੱਜ ਵੀ ਹਾਜ਼ਰ ਨਾਜ਼ਰ ਬੈਠਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਤੋਂ ਸਾਧ ਸੰਗਤ ਜੀ ਇਹ ਅਰਦਾਸ ਕਰਿਆ ਕਰੀਏ ਗੁਰੂ ਸਾਹਿਬ ਅੱਗੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਐਸਾ ਗੁਰਸਿੱਖੀ ਜੀਵਨ ਬਖਸ਼ਣ, ਬਾਣੀ ਨਾਲ ਜੁੜੀਏ, ਅੰਮ੍ਰਿਤ ਛਕੀਏ, ਗੁਰੂ ਘਰ ਵਿੱਚ ਆਣ ਕੇ ਆਪਾਂ ਸੇਵਾ ਨਿਸ਼ਕਾਮ ਕਰੀਏ, ਆਪਣਾ ਆਪ ਛੱਡ ਚਿਣਾ ਕੇ ਸੇਵਾ ਨਾ ਕਰੀਏ। ਸੇਵਾ ਇੱਦਾਂ ਦੀ ਹੋਣੀ ਚਾਹੀਦੀ ਹੈ ਵੀ ਸੇਵਾ ਵਿੱਚ ਸਤ ਬਚਨ ਤੇ ਨਿਮਰਤਾ ਹੋਣੀ ਚਾਹੀਦੀ ਹੈ ਤੇ ਮਿੱਠੇ ਬੋਲ ਹੋਣੇ ਚਾਹੀਦੇ ਹਨ। ਤੇ ਉਹਦੇ ਨਾਲ ਕੀ ਹੋਵੇਗਾ? ਸੇਵਾ ਕਰਨੀ ਹੈ ਨਾ। ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਈਏ, ਸੇਵਾ ਕਿੱਦਾਂ ਕੀਤੀ। 12 ਸਾਲ ਸੇਵਾ ਕੀਤੀ। ਕੌੜੇ ਬਚਨ ਮਹਾਰਾਜ ਜੀ ਨੂੰ ਬਹੁਤ ਬੋਲੇ, ਪਰ ਮਹਾਰਾਜ ਜੀ ਕੌੜੇ ਬਚਨ ਝੋਲੀ 'ਚ ਪਾ ਲਿਆ ਕਰਦੇ ਸਨ ਤੇ ਝੋਲੀ 'ਚ ਪਾ ਕੇ ਨਾ ਉਹ ਬਚਨ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਦਿਆ ਕਰਦੇ ਸੀ।
ਇੰਨਾ ਸਤਿਕਾਰ ਕਰਿਆ ਕਰਦੇ ਸਨ। ਪਰ ਮਹਾਰਾਜ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵੇਖਿਆ ਤੇ ਬਾਅਦ ਚੋਂ ਗੁਰੂ ਸਾਹਿਬ ਨੇ ਵੇਖਿਆ ਵੀ ਇਹ ਤੇ ਤਖਤ ਤੇ ਬਿਠਾਉਣ ਵਾਲੇ ਹਨ, ਇਹ ਤੇ ਪਰਮੇਸ਼ਰ ਵਾਲੇ ਗੁਣ ਆ ਗਏ ਹਨ। ਤੇ ਮਹਾਰਾਜ ਜੀ ਨੇ ਤਖਤ ਤੇ ਬਿਠਾਇਆ। ਕਿਹੜਾ ਤਖਤ? ਹਰ ਸੱਚੇ ਤਖਤ ਰਚਾਇਆ, ਸਤ ਸੰਗਤ ਮੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਇਹ ਸੱਚਾ ਤਖਤ ਹੈ, ਸੱਚ ਦਾ ਨਿਆਂ ਹੁੰਦਾ ਹੈ। ਰਹੀਮ ਬਖਸ਼ ਨੂੰ ਨਿਆਂ ਮਿਲਿਆ, ਉਹਦੀ ਜਿਹੜੀ ਲੜਕੀ ਛੁਡਾ ਦਿੱਤੀ ਗਈ, ਖਾਲਸਾ ਨਿਆਂ ਕਰਦਾ ਹੈ। ਸੋ ਗੁਰੂ ਸਾਹਿਬ ਨਾਲ ਜੁੜੀਏ, ਦੁਨੀਆ ਦੇ ਮਾਲਕ ਹਨ, ਆਪਣਾ ਜੀਵਨ ਸਫਲ ਕਰੀਏ। ਤਾਂ ਮਹਾਰਾਜ ਕਿਰਪਾ ਕਰਨ। ਸਾਧ ਸੰਗਤ ਜੀ, ਅਨੇਕਾਂ ਹੀ ਗਲਤੀਆਂ ਹੋਈਆਂ ਹੋਣਗੀਆਂ, ਕੋਈ ਇੰਨੀ ਬੁੱਧੀ ਨਹੀਂ ਹੈ ਸਾਡੀ ਅਸੀਂ ਗੁਰੂ ਦਾ ਜਸ ਗਾ ਸਕੀਏ ਜਾਂ ਗੁਰੂ ਦੀ ਮਹਿਮਾ ਗਾ ਸਕੀਏ। ਸੋ ਆਪ ਜੀ ਬਖਸ਼ ਦੇਣਾ, ਸੰਗਤ ਬਖਸ਼ਣ ਯੋਗ ਹੈ, ਗੁਰੂ ਮਹਾਰਾਜ ਬਖਸ਼ ਦੇਣਾ। ਇੱਥੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬੋਲੇ ਸੋ ਨਿਹਾਲ।